ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਇੱਕ ਸਾਡੇ ਤਨ ਦਾ ਜਨਮ ਹੁੰਦਾ ਹੈ, ਇੱਕ ਮਨ ਦਾ ਜਨਮ ਹੁੰਦਾ ਹੈ। ਅੱਜ ਆਪਾਂ ਜਨਮ 'ਤੇ ਵਿਚਾਰ ਕਰਾਂਗੇ, ਕਿਉਂਕਿ ਅੱਜ ਦਾਸ ਦਾ 20 ਜੁਲਾਈ ਜਨਮ ਦਿਹਾੜਾ ਵੀ ਹੈ, ਜਨਮ ਦਿਨ ਵੀ ਹੈ ਦਾਸ ਦਾ। ਅਸੀਂ ਅੱਜ ਜਨਮ ਦਿਨ 'ਤੇ ਵਿਚਾਰ ਕਰਾਂ ਵੀ ਜਨਮ ਦਿਨ ਸਾਡੇ ਤਨ ਦਾ ਇੱਕ ਹੁੰਦਾ, ਇੱਕ ਮਨ ਦਾ ਹੁੰਦਾ ਹੈ। ਗੁਰਮੁਖ ਪਿਆਰੇ, ਜਦੋਂ ਅਸੀਂ ਇਸ ਸੰਸਾਰ ਵਿੱਚ ਆਉਂਦੇ, ਮਾਤਾ ਦੇ ਉਦਰ ਤੋਂ ਬਾਹਰ ਆਉਂਦੇ ਹਾਂ, ਇਹ ਸਾਡੇ ਤਨ ਦਾ ਜਨਮ ਹੁੰਦਾ ਹੈ। ਤਨ ਸਰੀਰ ਹੈ ਜੋ ਸਾਡਾ ਇਸ ਸੰਸਾਰ ਵਿੱਚ ਆ ਜਾਂਦਾ ਹੈ। ਲੇਕਿਨ ਸਾਡਾ ਜਿਹੜਾ ਮਨ ਫਿਰ ਮਾਇਆ ਦੇ ਉਦਰ ਵਿੱਚ, ਮਾਇਆ ਦੇ ਗਰਭ ਵਿੱਚ ਚਲਾ ਜਾਂਦਾ ਹੈ, ਵਿਚਾਰਾਂ ਪੁਰਨਿਆਂ ਵਿੱਚ ਚਲਾ ਜਾਂਦਾ ਹੈ। ਤਨ ਦਾ ਜਨਮ ਹੋ ਜਾਂਦਾ, ਲੇਕਿਨ ਮਨ ਦਾ ਜਨਮ ਨਹੀਂ ਹੁੰਦਾ ਹੈਗਾ ਗੁਰੂ ਤੋਂ ਬਿਨਾਂ। ਮਾਰੇ ਕਹਿੰਦੇ ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਅਨਹਤ ਰਾਤੇ ਇਹ ਮਨ ਲਾਇਆ। ਜਿਹੜਾ ਸਾਡਾ ਮਨ ਦਾ ਜਨਮ ਹੁੰਦਾ ਹੈ ਗੁਰਮੁਖ ਪਿਆਰਿਓ, ਉਹ ਤਾਂ ਹੁੰਦਾ ਜੇ ਸਤਿਗੁਰੂ ਮਹਾਰਾਜ ਦਾ ਇਹਨੂੰ ਓਟ ਆਸਰਾ ਮਿਲ ਜਾਏ, ਗੁਰੂ ਦੀ ਸ਼ਰਨ ਵਿੱਚ ਚਲਾ ਜਾਵੇ, ਬਾਣੀ ਸਮਝ ਆ ਜਾਵੇ। ਹੁਣ ਮਨ ਇਸ ਸੰਸਾਰ ਵਿੱਚ ਆ ਕੇ ਮਾਇਆ ਦੇ ਗਰਭ ਵਿੱਚ, ਮਾਇਆ ਦੇ ਉਦਰ ਵਿੱਚ ਚਲਾ ਗਿਆ ਹੈ। ਵਿਚਾਰ ਫੁਰਨੇ ਵੱਧ ਗਏ, ਮਾਇਆ ਵਿੱਚ ਧਿਆਨ ਜ਼ਿਆਦਾ ਚਲਾ ਗਿਆ। ਹੁਣ ਜਦੋਂ ਤਨ ਦਾ ਜਨਮ ਹੋਇਆ ਸੀ ਨਾ, ਇਹ ਫਿਰ ਅੱਖਾਂ ਦੇ ਨਾਲ ਅਸੀਂ ਸੰਸਾਰ ਦੇਖਣਾ ਸ਼ੁਰੂ ਕਰ ਦਿੱਤਾ, ਸੰਸਾਰ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ, ਸੰਸਾਰ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ। ਹੁਣ ਅਸੀਂ ਦੇਖ ਲਓ ਸੰਸਾਰ ਵਿੱਚ ਕਿਵੇਂ ਭੱਜੇ ਫਿਰਦੇ ਹਾਂ। ਤਨ ਵੱਡਾ ਹੋ ਗਿਆ ਹੌਲੀ ਹੌਲੀ। ਪਹਿਲਾਂ ਬਚਪਨ ਵਿੱਚ ਛੋਟਾ ਜਿਹਾ ਸੀ, ਖੇਲਦਾ ਹੁੰਦਾ ਸੀਗਾ ਖਿਡੌਣਿਆਂ ਦੇ ਨਾਲ, ਫਿਰ ਸ਼ਾਦੀ ਹੋ ਗਈ, ਫਿਰ ਕਾਰੋਬਾਰ ਕਰਨ ਲੱਗ ਗਿਆ। ਮਤਲਬ ਤਨ ਹੁਣ ਸੰਸਾਰ ਵਿੱਚ ਕਿਵੇਂ ਵਿਚਰਿਆ, ਭੱਜਿਆ ਫਿਰਦਾ, ਕਦੇ ਕਿਤੇ ਚਲੇ ਜਾਂਦਾ, ਕਦੇ ਦਿੱਲੀ ਚਲੇ ਜਾਂਦਾ, ਕਦੇ ਅੰਮ੍ਰਿਤਸਰ, ਕਦੇ ਕਿਤੇ ਕਦੇ ਕਿਤੇ। ਸੰਸਾਰ ਨੂੰ ਦੇਖ ਰਿਹਾ ਹੈ, ਸੰਸਾਰ ਨੂੰ ਸਮਝ ਰਿਹਾ ਹੈ। ਸੰਸਾਰ ਵਿੱਚ ਇੱਕ ਦੂਜੇ ਨੂੰ ਅਸੀਂ ਮਿਲਦੇ ਹਾਂ ਤਨ ਕਰਕੇ, ਦੂਸਰੇ ਗੁਰਮੁਖਾਂ ਨੂੰ ਮਿਲਦੇ ਹਾਂ ਤਨ ਕਰਕੇ। ਹੁਣ ਗੁਰਮੁਖ ਪਿਆਰੇ, ਜਿੱਦਣ ਸਾਡੇ ਮਨ ਦਾ ਜਨਮ ਹੋਣਾ ਹੈ, ਮਨ ਫਿਰ ਨਿਰੰਕਾਰ ਦੇ ਦੇਸ਼ ਵਿੱਚ ਦੇਖੂਗਾ। ਆ ਤਾਂ ਮਾਇਆ ਦਾ ਦੇਸ਼ ਹੈ, ਜਿੱਥੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਘੁੰਮ ਰਹੇ ਹੋ। ਕਹਿੰਦਾ ਜਿੱਥੇ ਤੁਸੀਂ ਘੁੰਮ ਰਹੇ ਹੋ, ਇਹ ਸਾਰਾ ਮਾਇਆ ਦਾ ਦੇਸ਼ ਹੈ। ਮਾਇਆ ਦੇ ਦੇਸ਼ ਵਿੱਚ ਤੁਸੀਂ ਤਨ ਨਾਲ ਘੁੰਮ ਸਕਦੇ ਹੋ, ਲੇਕਿਨ ਜੇ ਤੁਸੀਂ ਨਿਰੰਕਾਰ ਦੇ ਦੇਸ਼ ਵਿੱਚ ਘੁੰਮਣਾ ਚਾਹੁੰਦੇ ਹੋ, ਇਸ ਮਾਇਆ ਦੇ ਦੇਸ਼ ਨੂੰ ਛੱਡਣਾ ਪੈਣਾ। ਇਸ ਮਾਇਆ ਦੇ ਗਰਭ ਵਿੱਚ, ਮਾਇਆ ਦੇ ਉਦਰ ਵਿੱਚੋਂ ਮਨ ਦਾ ਜਨਮ ਕਰਨਾ ਪੈਣਾ। ਮਨ ਨੂੰ ਜਗਾਉਣਾ ਵੀ ਕਹਿੰਦੇ ਆ। ਮਨ ਸੁੱਤਾ ਪਿਆ, ਮਾਰੇ ਕਹਿੰਦੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਮਨ ਸੁੱਤਾ ਪਿਆ ਹੈ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਇਹ ਮਨ ਨੂੰ ਅਸੀਂ ਜਗਾਉਣਾ, ਇਹਦਾ ਜਨਮ ਕਰਨਾ ਮਾਇਆ ਦੇ ਵਿੱਚੋਂ, ਮਾਇਆ ਦੇ ਉਧਰ ਵਿੱਚੋਂ ਇਹਦਾ ਜਨਮ ਕਰਨਾ। ਇਹਨੂੰ ਨਿਰੰਕਾਰ ਦੇ ਦੇਸ਼ ਵਿੱਚ ਦਿਸਣਾ ਸ਼ੁਰੂ ਹੋ ਜਾਏ। ਉਹਦੇ ਵਾਸਤੇ ਫਿਰ ਮਹਾਰਾਜ ਕਹਿੰਦੇ ਸਿਮਰਨ ਕਰਨਾ ਪੈਣਾ, ਬਾਣੀ ਨੂੰ ਵਿਚਾਰ ਕੇ ਪੜ੍ਹਨਾ ਪੈਣਾ, ਸੰਗਤ ਕਰਨੀ ਪੈਣੀ ਹੈ ਗੁਰਮੁਖਾਂ ਦੀ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਸਿਮਰਨ ਕਰਕੇ ਮਨ ਨੂੰ ਜਗਾਉਣਾ ਹੈ। ਜੇ ਮਨ ਜਾਗ ਪਿਆ, ਮਨ ਦਾ ਜਨਮ ਹੋ ਗਿਆ, ਤੇ ਫਿਰ ਜਮਦੂਤਾਂ ਨੂੰ ਜਗਾਉਣ ਦੀ ਲੋੜ ਨਹੀਂ ਹੈਗੀ। ਫਿਰ ਇਹ ਦੇਖਣਾ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਛੋਟੀ ਅਵਸਥਾ ਹੁੰਦੀ ਹੈ, ਫਿਰ ਵੱਡੀ, ਫਿਰ ਹੋਰ ਵੱਡੀ। ਕਹਿੰਦੇ ਵੱਡਾ ਸਾਹਿਬ ਉੱਚਾ ਥਾ, ਉੱਚੇ ਉੱਪਰ ਉੱਚਾ ਨਾ ਇਹ ਬੜ ਉੱਚਾ ਹੋਵੇ, ਕੋਈ ਤਿਸ ਉੱਚੇ ਕੋ ਜਾਣ। ਸਿਮਰਨ ਬੰਦਗੀ ਕਰਦਾ ਕਰਦਾ, ਬਾਣੀ ਨੂੰ ਸਮਝਦਾ, ਸੰਗਤ ਕਰਦਾ ਇੱਕ ਦਿਨ ਫਿਰ ਇਹਦਾ ਜਨਮ ਹੋ ਜਾਂਦਾ ਨਿਰੰਕਾਰ ਦੇ ਦੇਸ਼ ਵਿੱਚ। ਉੱਥੇ ਫਿਰ ਅਨਹਦ ਬਾਣੀ ਨਾਲ ਜੁੜ ਜਾਂਦਾ, ਕਿਉਂਕਿ ਉੱਧਰਲੇ ਪਾਸੇ ਸ਼ਬਦ ਗੁਰੂ ਹੈ। ਸ਼ਬਦ ਗੁਰੂ ਸੁਰਤ ਤੋਂ ਨਚੇਲਾ। ਇੱਧਰਲੇ ਪਾਸੇ ਪਵਨ ਗੁਰੂ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਹੋਏ, ਦਾਈ ਦਾਇਆ ਖੇਲੇ ਸਗਲ ਜਗਤ। ਚੰਗੇ ਬੁਰੇ ਬਾਚੇ ਧਰਮ ਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਏ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇੱਧਰਲੇ ਪਾਸੇ ਮਾਇਆ ਦੇ ਦੇਸ਼ ਵਿੱਚ ਪਵਨ ਗੁਰੂ ਹੈ, ਨਿਰੰਕਾਰ ਦੇ ਦੇਸ਼ ਵਿੱਚ ਸ਼ਬਦ ਗੁਰੂ ਹੈ। ਸਾਡੀ ਨਾਭੀ ਦੇ ਗੰਢ ਬੰਨੀ ਹੋਈ ਹੈ, ਮੂਲ ਦੁਆਰੇ ਬੰਧਿਆ ਬੰਦ। ਨਾਮ ਅਤੇ ਪਵਨ ਦੀ ਨਾਭੀ ਦੇ ਗੰਢ ਬੰਨੀ ਹੋਈ ਹੈ। ਜਦੋਂ ਤੱਕ ਸਮਾਂ ਸਾਡਾ ਸਰੀਰ ਵਿੱਚ ਹੈ, ਉਦੋਂ ਤੱਕ ਗੰਢ ਬੰਨੀ ਹੋਈ ਹੈ। ਜਿੱਦਣ ਸਾਡਾ ਸਮਾਂ ਸਰੀਰ ਵਿੱਚ ਪੂਰਾ ਹੋ ਜਾਂਦਾ, ਫਿਰ ਜਮਦੂਤ ਗੰਢ ਖੋਲ੍ਹ ਦਿੰਦੇ
ਕਹਿੰਦੇ ਖੁੱਲੀ ਗੰਠ ਉੱਠੋ ਲਿਖਿਆ ਹੈ ਰਾਮ। ਉਹ ਗੰਢ ਤੋਂ ਖੁੱਲ੍ਹਣ ਤੋਂ ਪਹਿਲਾਂ ਅਸੀਂ ਮਨ ਨੂੰ ਨਿਰੰਕਾਰ ਦੇ ਦੇਸ਼ ਵਿੱਚ ਲੈ ਕੇ ਜਾਣਾ, ਇਹਦਾ ਨਿਰੰਕਾਰ ਦੇ ਦੇਸ਼ ਵਿੱਚ ਜਨਮ ਕਰਨਾ ਹੈ। ਕਹਿੰਦੇ ਗੁਰ ਪ੍ਰਸਾਦੀ ਸ਼ਿਵ ਘਰ ਜੰਮੇ ਵਿੱਚੋਂ ਸਖਤ ਗਵਾਏ। ਜਦੋਂ ਸਾਡੇ ਮਨ ਤੋਂ ਮਾਇਆ ਦਾ ਪ੍ਰਭਾਵ ਘਟ ਜਾਂਦਾ, ਮਾਇਆ ਨਾਲ ਕਨੈਕਸ਼ਨ ਟੁੱਟ ਜਾਂਦਾ ਹੈ, ਇਹ ਮਾਇਆ ਦੇ ਗਰਭ ਵਿੱਚੋਂ, ਮਾਇਆ ਦੇ ਉਦਰ ਵਿੱਚੋਂ ਇਹਦਾ ਜਨਮ ਹੋ ਜਾਂਦਾ ਹੈ। ਇਹਨੂੰ ਫਿਰ ਨਿਰੰਕਾਰ ਦੇ ਦੇਸ਼ ਵਿੱਚ ਦਿਸਣਾ ਸ਼ੁਰੂ ਹੋ ਜਾਂਦਾ ਹੈ। ਨਿਰੰਕਾਰ ਦੇ ਦੇਸ਼ ਵਿੱਚ ਦਿਸਣਾ ਸ਼ੁਰੂ ਹੋ ਗਿਆ। ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਾਨਾ ਨਾਨਕ ਹੁਕਮ ਪਛਾਣ ਕੇ ਤੋਂ ਖਸਮ। ਜਿਵੇਂ ਮਾਤਾ ਦੇ ਉਧਰ ਤੋਂ ਬਾਹਰ ਆਇਆ ਸੀ, ਇੱਧਰ ਸੰਸਾਰ ਦੇਖਣਾ ਸ਼ੁਰੂ ਹੋ ਗਿਆ ਸੀ। ਹੁਣ ਮਨ ਜਦੋਂ ਸਰੀਰ ਵਿੱਚੋਂ ਬਾਹਰ ਆਊਗਾ, ਇਹਨੂੰ ਨਿਰੰਕਾਰ ਦੇ ਦੇਸ਼ ਵਿੱਚ ਦਿਸਣਾ ਸ਼ੁਰੂ ਹੋ ਜਾਣਾ। ਹੁਣ ਗੁਰਮੁਖ ਪਿਆਰਿਓ, ਜਦੋਂ ਤੱਕ ਸਾਡਾ ਮਨ ਦਾ ਜਨਮ ਨਹੀਂ ਨਾ ਹੁੰਦਾ, ਗੁਰ ਕੇ ਜਨਮੇ ਗਮਨ ਮਟਾਇਆ, ਅਨਹਤ ਰਾਤੇ ਮਨ ਇਹ ਲਾਇਆ। ਜਦੋਂ ਤੱਕ ਸਾਡਾ ਮਨ ਦਾ ਜਨਮ ਇਸ ਮਾਇਆ ਦੇ ਗਰਭ 'ਚੋਂ, ਮਾਇਆ ਦੇ ਉਦਰ ਵਿੱਚੋਂ ਨਹੀਂ ਹੁੰਦਾ, ਉਦੋਂ ਤੱਕ ਤੁਸੀਂ ਜਿਹੜੇ ਸੰਸਾਰੀ ਜਨਮ ਮਨਾਉਂਦੇ ਆ ਨਾ, ਜਨਮ ਦਿਨ, ਜਿੰਨੇ ਵੀ ਸੰਸਾਰੀ ਜਨਮ ਦਿਨ ਮਨਾਉਂਦੇ, ਇਹਦੀ ਕੋਈ ਮਹੱਤਤਾ ਨਹੀਂ ਹੁੰਦੀ। ਇਹ ਤਾਂ ਸਰੀਰ ਦਾ ਜਨਮ ਹੋਇਆ। ਜਿਵੇਂ ਮੈਂ ਹੁਣ ਦੱਸ ਕੇ ਹਟਿਆ ਵੀ ਦਾਸ ਦਾ ਅੱਜ ਜਨਮ ਦਿਨ ਹੈ, 20 ਜੁਲਾਈ 1965 ਨੂੰ ਜਨਮ ਹੋਇਆ ਸੀ। ਸੋ ਇਹ ਸਰੀਰ ਦਾ ਜਨਮ ਹੈ। ਲੇਕਿਨ ਮਨ ਦਾ ਜਨਮ ਕਦੋਂ ਹੁੰਦਾ ਹੈ? ਜਿਸ ਦਿਨ ਤੁਹਾਡਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ, ਜਿਸ ਦਿਨ ਤੁਸੀਂ ਦਰਗਾਹ ਦੇ ਵਿੱਚ ਆਉਣਾ ਜਾਣਾ ਬਣਾਇਆ, ਸੱਚਖੰਡ ਵਿੱਚ ਚਲੇ ਗਏ, ਜਿੱਦਣ ਤੁਹਾਡਾ ਜਿਹੜਾ ਸੂਖਸ਼ਮ ਖੇਲ ਆ ਚਾਲੂ ਹੋ ਗਿਆ। ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ, ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ ਤੋਂ ਖਸਮ। ਅੱਖਾਂ ਤੋਂ ਬਿਨਾਂ ਦਿਖਣ ਲੱਗ ਜਾਂਦਾ ਹੈ, ਕੰਨਾਂ ਤੋਂ ਬਿਨਾਂ ਸੁਣਨ ਲੱਗ ਜਾਂਦਾ, ਮੂੰਹ ਤੋਂ ਬਿਨਾਂ ਬੋਲਣਾ, ਪੈਰਾਂ ਤੋਂ ਬਿਨਾਂ ਚੱਲਣ ਲੱਗ ਜਾਂਦੇ, ਹੱਥਾਂ ਤੋਂ ਬਿਨਾਂ ਕਰਨ ਲੱਗ ਜਾਂਦੇ। ਉਹ ਜਿਹੜੀ ਸਾਡੇ ਮਨ ਦਾ ਸਰੀਰ ਸੂਖਸ਼ਮ, ਉਹਦੇ ਨਾਲੇ ਅਸੀਂ ਨਿਰੰਕਾਰ ਨੂੰ ਦੇਖ ਸਕਦੇ ਹਾਂ, ਪ੍ਰਕਾਸ਼ ਨੂੰ ਦੇਖ ਸਕਦੇ ਹਾਂ, ਉਹਦੇ ਨਾਲੇ ਅਸੀਂ ਅਨਹਦ ਸ਼ਬਦ ਸੁਣ ਸਕਦੇ ਹਾਂ। ਨਿਰੰਕਾਰ ਦੇ ਦੇਸ਼ ਵਿੱਚ ਜੋ ਸ਼ਬਦ ਗੁਰੂ ਹੈ, ਉਹਨੂੰ ਅਸੀਂ ਤਾਂ ਹੀ ਸੁਣ ਸਕਦੇ ਹਾਂ ਜੇ ਸਾਡਾ ਜਿਹੜਾ ਸੂਖਮ ਦਾ ਖੇਲ ਚੱਲੂਗਾ, ਜੇ ਸਾਡੇ ਮਨ ਦਾ ਉੱਧਰਲੇ ਪਾਸੇ ਜਨਮ ਹੋਊਗਾ। ਹੁਣ ਜਿਵੇਂ ਇੱਧਰਲੇ ਪਾਸੇ ਕਿਸੇ ਬੱਚੇ ਦਾ ਜਨਮ ਹੀ ਨਹੀਂ ਹੋਇਆ ਹੈਗਾ, ਸਰੀਰਕ ਤੌਰ 'ਤੇ ਜਿਸ ਬੱਚੇ ਦਾ ਇੱਥੇ ਜਨਮ ਨਹੀਂ ਹੋਇਆ, ਉਹ ਕਿਵੇਂ ਸੰਸਾਰ ਦੇ ਕੰਮ ਕਰ ਸਕਦਾ, ਕਿਵੇਂ ਸੰਸਾਰ ਵਿੱਚ ਚੱਲ ਸਕਦਾ, ਜਦ ਇਹ ਜਨਮ ਹੀ ਨਹੀਂ ਹੋਇਆ ਹੈ। ਬਿਨਾਂ ਜਨਮ ਹੋਏ ਤੋਂ ਕਿਸੇ ਬੱਚੇ ਨੂੰ ਆਪਾਂ ਕਹੀਏ ਸਰਕਾਰੀ ਨੌਕਰੀ ਦਾ ਪੜ੍ਹ ਲਿਖ ਜਾਵੇ, ਕੁਛ ਵੀ ਨਹੀਂ ਕਰ, ਕਿਉਂਕਿ ਜਨਮ ਤਾਂ ਹੋਇਆ ਨਹੀਂ ਹੈ। ਸਰੀਰਕ ਤੌਰ 'ਤੇ ਕਿਸੇ ਬੱਚੇ ਦਾ ਜਦੋਂ ਤੱਕ ਜਨਮ ਨਹੀਂ ਨਾ ਹੁੰਦਾ ਇਸ ਸੰਸਾਰ ਵਿੱਚ, ਉਦੋਂ ਤੱਕ ਇਸ ਸੰਸਾਰ ਵਿੱਚ ਨਾ ਪੜ੍ਹ ਸਕਦਾ, ਨਾ ਕੋਈ ਹੋਰ ਕੁਛ ਵੀ ਨਹੀਂ ਕਰਦਾ, ਕਿਉਂਕਿ ਜਨਮ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਪਹਿਲਾਂ ਸਰੀਰਕ ਤੌਰ 'ਤੇ ਸਾਡਾ ਜਨਮ ਹੋਇਆ ਸੀ, ਉਸ ਤੋਂ ਬਾਅਦ ਸਾਡਾ ਮਨ ਦਾ ਜਨਮ ਹੁੰਦਾ, ਸਰੀਰ ਵਿੱਚੋਂ ਨਿਕਲਣਾ ਹੁੰਦਾ, ਮਨ ਨੇ ਮਾਇਆ ਦੇ ਵਿੱਚੋਂ ਨਿਕਲਣਾ ਹੁੰਦਾ, ਫਿਰ ਨਿਰੰਕਾਰ ਦੇ ਦੇਸ਼ ਵਿੱਚ ਜਾਣਾ ਹੁੰਦਾ। ਉੱਧਰਲੇ ਪਾਸੇ ਫਿਰ ਜਿਵੇਂ ਇੱਧਰਲੇ ਪਾਸੇ ਪਹਿਲਾਂ ਬੱਚਾ ਸੀਗਾ, ਪਹਿਲਾਂ ਸੁਣਦਾ ਹੈ ਬੱਚਾ, ਫਿਰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਆਹ ਦ੍ਰਿਸ਼ਟਮਾਨ ਸਰੀਰ ਵਿੱਚ ਵੀ ਜਦੋਂ ਪਹਿਲਾਂ ਸਾਡਾ ਜਨਮ ਹੋਇਆ, ਪਹਿਲਾਂ ਦੇਖਣਾ ਸ਼ੁਰੂ ਕਰਿਆ, ਫਿਰ ਪਹਿਲਾਂ ਸੁਣਨਾ ਸ਼ੁਰੂ ਕਰਿਆ, ਫਿਰ ਦੇਖਣਾ ਸ਼ੁਰੂ ਕਰਿਆ। ਇਸੇ ਤਰ੍ਹਾਂ ਜਦੋਂ ਅਸੀਂ ਨਿਰੰਕਾਰ ਦੇ ਦੇਸ਼ ਵਿੱਚ ਸਾਡਾ ਜਨਮ ਹੁੰਦਾ, ਪਹਿਲਾਂ ਸਾਨੂੰ ਸੁਣਦਾ, ਅਨਹਦ ਸ਼ਬਦ ਸੁਣਦੇ ਨੇ, ਉਹ ਤੋਂ ਬਾਅਦ ਫਿਰ ਹੌਲੀ ਹੌਲੀ ਨਾਦ ਪ੍ਰਗਟ ਹੋ ਜਾਂਦਾ ਹੈ, ਅਨਹਦ ਬਾਣੀ ਨਾਦ ਵਜਾਇਆ। ਉੱਥੇ ਉਸ ਤੋਂ ਬਾਅਦ ਫਿਰ ਦੇਖਣਾ ਸ਼ੁਰੂ ਕਰ ਦਿੰਦਾ, ਪ੍ਰਕਾਸ਼ ਦੇਖਦਾ, ਨਿਰੰਕਾਰ ਦੇ ਦਰਸ਼ਨ ਕਰਦਾ, ਹੌਲੀ ਹੌਲੀ ਫਿਰ ਉੱਧਰ ਤੁਰਨਾ ਫਿਰਨਾ ਸ਼ੁਰੂ ਕਰ ਦਿੰਦਾ। ਉੱਥੇ ਫਿਰ ਗੁਰਮੁਖ ਮਿਲਦੇ ਆ ਜਿਹੜੇ ਉੱਥੇ ਆਉਂਦੇ ਜਾਂਦੇ ਆ, ਫਿਰ ਉਹਨਾਂ ਨੂੰ ਮਿਲਦਾ। ਉਹ ਫਿਰ ਇਹਦਾ ਜਨਮ ਦਿਨ, ਉਹ ਤੋਂ ਬਾਅਦ ਬਾਰੇ ਕਹਿੰਦੇ ਜਨਮ ਦਿਨ ਮਨਾ ਲਿਆ ਕਰੋ। ਫਿਰ ਤੁਹਾਡਾ ਸਰੀਰ ਵੀ ਪ੍ਰਵਾਨ ਹੋ ਗਿਆ, ਤੁਹਾਡਾ ਮਨ ਵੀ ਪ੍ਰਵਾਨ ਹੋ ਗਿਆ। ਗੁਰਮੁਖ ਜੀਵੇ ਮਰੇ ਪ੍ਰਵਾਨ, ਤੁਸੀਂ ਪ੍ਰਵਾਨ ਹੋ ਚੁੱਕੇ ਹੋ। ਇਸ ਸੰਸਾਰ ਦੇ ਵਿੱਚ ਆਉਣਾ ਤੁਹਾਡਾ ਸਫਲ ਹੋ ਗਿਆ। ਤੁਸੀਂ ਇਸ ਸੰਸਾਰ 'ਤੇ ਜੋ ਕੰਮ ਕਰਨ ਆਏ ਸੀ ਉਹ ਕਰ ਲਿਆ, ਤੁਸੀਂ ਆਪਣੇ ਜੀਵਨ ਦਾ ਮਨੋਰਥ ਪੂਰਾ ਕਰ ਲਿਆ। ਫਿਰ ਸੰਸਾਰੀ ਜਨਮ ਦਿਨ ਵੀ ਮਨਾ ਲਿਆ ਕਰੋ, ਕੋਈ ਗੱਲ ਨਹੀਂ ਹੈ। ਲੇਕਿਨ ਅਸੀਂ ਸੰਸਾਰੀ ਜਨਮ ਦਿਨ ਬਥੇਰੇ ਮਨਾਉਣੇ ਆ, ਪਾਰਟੀਆਂ ਕਰਦੇ ਆ, ਹੋਰ ਲੋਕ ਕਈ ਸ਼ਰਾਬਾਂ ਮੀਟ ਖਾਂਦੇ ਆ। ਜਨਮ ਦਿਨ ਆ ਜੀ ਅੱਜ, ਦੱਸੋ ਕਿਹੋ ਜਿਹਾ ਜਨਮ ਦਿਨ ਹੈ? ਸਰੀਰ ਦਾ ਜਨਮ ਦਿਨ ਹੈ। ਮਨ ਦਾ ਜਨਮ ਦਿਨ ਵੀ ਮਨਾਉਣਾ ਆਪਾਂ ਨੇ, ਜਿੱਦਣ ਤੁਹਾਡਾ ਪਰਮਾਤਮਾ ਨਾਲ ਮਿਲਾਪ ਹੋਇਆ, ਜਿੱਦਣ ਤੁਹਾਡਾ ਨਿਰੰਕਾਰ ਦੇ ਦੇਸ਼ ਵਿੱਚ ਜਨਮ ਹੋਇਆ, ਉਹ ਕਹਿੰਦਾ ਉਹ ਜਨਮ ਦਿਨ ਆ ਤੁਹਾਡਾ। ਕਹਿੰਦੇ ਜੇ 100 ਵਰਿਆਂ ਜੀਵਨ ਖਾਣ, ਖਾਸਮ ਪਛਾਣੇ ਸੋ ਦਿਨ ਪ੍ਰਵਾਨ। ਜਿੱਦਣ ਤੁਹਾਡਾ ਨਿਰੰਕਾਰ ਦੇ ਦੇਸ਼ ਵਿੱਚ ਜਨਮ ਹੋਇਆ ਨਾ, ਉਦਣ ਸਮਝ ਲੈਣਾ ਵੀ ਤੁਹਾਡਾ ਅੱਜ ਜਨਮ ਹੋਇਆ। ਬਾਕੀ ਜਿੰਨਾ ਸਮਾਂ ਤੁਹਾਡਾ ਪਿੱਛੇ ਲੰਘ ਗਿਆ ਬੇਕਾਰ ਲੰਘਿਆ, ਕਿਉਂਕਿ ਤੁਸੀਂ ਸਰੀਰ ਨਾਲੇ ਜੁੜੇ ਹੋਏ ਸੀਗੇ, ਤੁਸੀਂ ਮਾਇਆ ਨਾਲ ਜੁੜੇ ਹੋਏ ਸੀਗੇ। ਇਹ ਜਿਹੜੇ ਤੁਸੀਂ ਜਨਮ ਦਿਨ ਮਨਾ ਰਹੇ ਸੀ ਸਾਰੇ ਝੂਠੇ ਜਨਮ ਦਿਨ ਸੀਗੇ। ਲੇਕਿਨ ਤੁਹਾਡਾ ਅਸਲ ਜਨਮ ਦਿਨ ਉਦਣ ਹੋਣਾ ਜਿੱਦਣ ਤੁਹਾਡਾ ਨਿਰੰਕਾਰ ਦੇ ਦੇਸ਼ ਵਿੱਚ ਜਨਮ ਹੋਣਾ ਹੈਗਾ। ਗੁਰ ਪ੍ਰਸਾਦੀ ਸ਼ਿਵ ਘਰ ਜੰਮੇ ਵਿੱਚੋਂ ਸਖਤ ਗਵਾਏ। ਸੋ ਗੁਰਮੁਖ ਪਿਆਰਿਓ, ਇਹ ਸਮਝਣਾ ਤਾਂ ਵੈਸੇ ਔਖਾ ਹੀ ਹੈ। ਬ੍ਰਹਮ ਦਾ ਗਿਆਨ ਹੈ, ਹਰ ਇੱਕ
ਦੇ ਜੀਵ ਦੇ ਵੱਸ ਦੀ ਗੱਲ ਨਹੀਂ। ਕਿਸੇ ਕਿਸੇ ਗੁਰਮੁਖ ਨੂੰ ਸਮਝ ਆਉਂਦਾ ਹੁੰਦਾ ਹੈ। ਕਹਿੰਦੇ ਜਿਸੇ ਨਵਾਜੇ ਗੁਰਮੁਖ ਸਾਜੇ, ਨਾਮ ਵਸੈ ਤਿਸ ਅਨਹਦ ਵਾਜੇ, ਤਿਸ ਹੀ ਸੁਖ ਤਿਸ ਹੀ ਟੁਕਰਾਈ, ਤਿਸੇ ਨਾਵੇ ਜਮ ਨੇੜਾ। ਕਿਸੇ ਕਿਸੇ ਗੁਰਮੁਖ ਨੂੰ ਜਿਹਦੇ ਉੱਤੇ ਕਿਰਪਾ ਕਰਦਾ ਸੱਚੇ ਪਾਤਸ਼ਾਹ, ਕਿਰਪਾ ਕਰ ਦਿੰਦਾ, ਕਿਸੇ ਕਿਸੇ ਤੋਂ ਉਹਨੂੰ ਸਮਝਾ ਵੀ ਦਿੰਦਾ। ਜੇ ਕੋਈ ਗੁਰਮੁਖ ਕਹੇ ਮੈਂ ਬਾਣੀ ਸਮਝ ਲੂੰਗਾ, ਹੈ ਜੀ ਮੈਂ ਆਹ ਸਮਝ ਲੂੰ, ਮਹਾਰਾਜ ਕਹਿੰਦੇ ਕੁਛ ਵੀ ਤੇਰੇ ਵੱਸ ਵਿੱਚ ਨਹੀਂ, करे करावे आपे आप मानस के किछ नाई। जिसे दखाला बाटली तिसे भुलावे कौन, जिसे भुलाई पंध सिर तिसे दिखावे कौन। जिन्हों परमात्मा ने रास्ता दिखाना ना ਉਹਨੂੰ ਕੋਈ ਭੁਲਾ नहीं सकता, ਜਿਹਨੂੰ ਉਹਨੇ ਭੁਲਾ ਦਿੱਤਾ ਉਹਨੂੰ ਕੋਈ ਜਣਾ नहीं सकता। मैं कई बार विचार करता हूँ, ਜਿਹਨੂੰ ਰੱਬ ने ना मिलना होवे ना ਉਹਦੇ ਬਾਣੀ समझ ਵਿੱਚ ਆਉਂਦੀ ਹੈ, ना कोई कथा समझ ਵਿੱਚ ਆਉਂਦੀ ਹੈ, ना संगत समझ ਵਿੱਚ, ना ਉਹ ਕੀਰਤਨ ਧਿਆਨ ਨਾਲ ਸੁਣੇ, ना कथा ध्यान ਨਾਲ सुने, क्योंकि ਰੱਬੇ नहीं मिलना चाहता ਉਹਨੂੰ। ਜਿਹਨੂੰ ਵਾਹਿਗੁਰੂ परमात्मा नहीं मिलना चाहता ਉਹਨੂੰ ਦਿਲਚਸਪੀ नहीं ਲੈਣ ਦਿੰਦਾ ਹੈਗਾ ਇੱਧਰਲੇ ਪਾਸੇ ਧਰਮ ਵਾਲੇ ਪਾਸੇ, ਉਹਨੂੰ ਜੂਨਾਂ ਵਿੱਚ ਪਾਉਣਾ ਚਾਹੁੰਦਾ, ਉਹਨੂੰ ਬਾਣੀ नहीं पढ़न ਦਿੰਦਾ, ਉਹਨੂੰ कुछ भी नहीं ਕਰਨ ਦਿੰਦਾ, ਉਹਦਾ ਹੋਰੇ ਪਾਸੇ ਨੂੰ ਭਜਾਈ ਫਿਰੀ ਜਾਂਦਾ। इस परमात्मा से वस है सब को तेरे वस, अगम अगोचरा तू भगता के वस, भगता ताण तेरा। ਜਿਹਦੇ ਉੱਤੇ ਕਿਰਪਾ ਹੋ ਗਈ परमात्मा ਦੀ, ਜਿਹੜਾ ਨਾਮ ਨਾਲ ਜੁੜ ਗਿਆ, ਜਿਹੜਾ ਬੰਦਗੀ ਨਾਲ ਜੁੜ ਗਿਆ, ਜਿਹੜਾ ਸੰਗਤ ਨਾਲ ਜੁੜ ਗਿਆ, ਸਮਝ ਲੈਣਾ ਉਹਦੇ ਮਨ ਦਾ ਜਨਮ ਨਿਰੰਕਾਰ ਦੇ ਦੇਸ਼ ਵਿੱਚ ਹੋਣ ਵਾਲਾ ਹੈ। ਜਿਹੜਾ ਬੰਦਗੀ ਨਾਲ ਜੁੜ ਗਿਆ ਦੇਰ ਸਵੇਰ ਜਦੋਂ ਵੀ ਕਿਰਪਾ ਕਰੂ ਹੋ ਜਾਣਾ है। ਜਿਹਨੂੰ ਸੱਚੇ ਪਾਤਸ਼ਾਹ ਨੇ ਨਾ ਸੰਗਤ ਵਾਲੇ ਪਾਸੇ ਜੋੜਿਆ, ਬਾਣੀ ਵਾਲੇ ਪਾਸੇ ਜੋੜਿਆ, ਸਿਮਰਨ ਵਾਲੇ ਪਾਸੇ ਜੋੜਿਆ, ਉਹਦੇ ਉੱਤੇ ਕਿਰਪਾ ਹੋਣੀ ਹੈ। ਮਰ ਕਹਿੰਦੇ ਹਰ ਹਰ ਨਾਮ ਜਪੰਤਿਆ किछ न कहे जम काल, नानक मन तन सुखी होए अंते मिले गोपाल। ਜਿਹੜਾ ਬੰਦਗੀ ਨਾਲ ਜੁੜ ਗਿਆ, ਨਾਮ ਨਾਲ ਜੁੜ ਗਿਆ, ਸੰਗਤ ਨਾਲ ਜੁੜ ਗਿਆ, ਉਹਦਾ ਨਿਰੰਕਾਰ ਦੇ ਦੇਸ਼ ਵਿੱਚ ਜਨਮ ਹੋਣਾ ਹੀ ਹੋਣਾ ਹੈ। ਜਦੋਂ ਗੁਰਮੁਖ ਪਿਆਰਿਓ ਸਾਡਾ ਫਿਰ ਨਿਰੰਕਾਰ ਦੇ ਦੇਸ਼ ਵਿੱਚ ਜਨਮ ਹੋ ਜਾਂਦਾ, ਫਿਰ ਇਸ ਸੰਸਾਰ 'ਤੇ ਆਉਣਾ ਸਾਡਾ ਸਫਲ ਹੋ ਜਾਂਦਾ ਹੈ। ਇਸ ਸੰਸਾਰ 'ਤੇ ਉਸ ਦਿਨ ਤੋਂ ਬਾਅਦ ਇਹ ਜਿਹੜਾ ਫਿਰ ਮਨ ਪ੍ਰਾਹੁਣਿਆਂ ਵਾਂਗ ਰਹਿੰਦਾ, ਉਹਨੂੰ ਪਤਾ ਲੱਗ ਜਾਂਦਾ ਵੀ ਆਹ ਤਾਂ ਮੇਰਾ ਘਰ ਨਹੀਂ ਹੈ, ਆ ਜਿੱਥੇ ਮੈਂ ਰਹਿ ਰਿਹਾ ਇਹ ਤਾਂ ਮੇਰਾ ਘਰ ਨਹੀਂ, ਇੱਥੇ ਤਾਂ ਮੈਨੂੰ ਉਹਨੇ ਖੇਲ ਖੇਲਣ ਵਾਸਤੇ ਭੇਜਿਆ ਸੀ, ਖੇਲ ਬਸ ਇਹੀ ਸੀਗੀ। ਆ ਜਿੰਨੇ ਰੰਗ ਤਮਾਸ਼ੇ ਉਹਨੇ ਇੱਕ ਖੇਡ ਦਾ ਮੈਦਾਨ ਬਣਾਇਆ ਹੋਇਆ, ਮੈਨੂੰ ਕਹਿੰਦਾ ਆਪਣੇ ਤੋਂ ਵਿਛੋੜ ਕੇ ਇੱਥੇ ਭੇਜਿਆ, ਦੇਖਣਾ ਚਾਹੁੰਦਾ ਸੀ ਵੀ ਮੈਨੂੰ ਉੱਥੇ ਜਾ ਕੇ ਪਿਆਰ ਕਰਦਾ ਹੈ ਕਿ ਉੱਥੇ ਖਿਡੌਣਿਆਂ ਵਿੱਚ ਮਸਤ ਹੋ ਜਾਂਦਾ, ਮਾਇਆ ਦੇ ਖਿਡੌਣਿਆਂ ਵਿੱਚ। ਹੁਣ ਕਰੋੜਾਂ ਹੀ ਜੀਵ ਇਸ ਸੰਸਾਰ 'ਤੇ ਆ ਕੇ ਇਸ ਮਾਇਆ ਦੇ ਰੰਗ ਤਮਾਸ਼ੇ ਵਿੱਚ ਮਸਤ ਹੋ ਜਾਂਦੇ ਨੇ, ਉਹਨਾਂ ਭੁੱਲੇ ਹੀ ਜਾਂਦੇ ਨੇ। ਕਰੋੜਾਂ ਹੀ ਜੀਵਾਂ ਨੂੰ ਨਹੀਂ ਪਤਾ ਵੀ ਅਸੀਂ ਰੱਬ ਨੂੰ ਮਿਲਣਾ ਹੈ। ਮਰ ਕਹਿੰਦੇ ਕੋਟ ਨਮੇ ਨਾਨਕ ਕੋ ਨਾਰਾਇਣ ਜਹ ਚੀਤ। ਕਰੋੜਾਂ ਵਿੱਚੋਂ ਇੱਕ ਅੱਧਾ ਜੀਵ ਹੁੰਦਾ ਜਿਹਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ, ਨਹੀਂ ਤਾਂ ਕਰੋੜਾਂ ਹੀ ਜੀਵ ਮਾਰੇ ਕਹਿੰਦੇ ਇਸ ਮਾਇਆ ਦੇ ਨਸ਼ੇ ਵਿੱਚ, ਇਹ ਮਾਇਆ ਦੇ ਰੰਗ ਤਮਾਸ਼ਿਆਂ ਵਿੱਚ, ਇਹ ਮਾਇਆ ਦੇ ਖਿਡੌਣਿਆਂ ਨੂੰ ਦੇਖ ਦੇਖ ਕੇ ਵਿਚਾਰੇ ਪਰਮਾਤਮਾ ਵੱਲੋਂ ਮੁੱਖ ਮੋੜੀ ਬੈਠੇ ਨੇ। ਉਹਨਾਂ ਨੂੰ ਯਾਦ ਹੀ ਨਹੀਂ ਹੈ ਵੀ ਅਸੀਂ ਕੀ ਕਰਨ ਵਾਸਤੇ ਆਏ ਹਾਂ। ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਤੁਸੀਂ ਦੇਖ ਰਹੇ ਨਾ, ਆ ਸਾਰਾ ਕੁਛ ਕੋਠੀਆਂ, ਮਹਿਲ, ਫੈਕਟਰੀਆਂ, ਆਹ ਫਾਰਮ ਹਾਊਸ, ਇਹ ਸਾਰਾ ਖੇਡ ਦਾ ਮੈਦਾਨ ਹੈ। ਇਹ ਸਾਰਾ ਤੁਹਾਨੂੰ ਪਰਮਾਤਮਾ ਵੱਲੋਂ ਧਿਆਨ ਹਟਾਉਣ ਵਾਸਤੇ ਬਣਾਇਆ ਹੋਇਆ ਹੈ। ਜਿਹਨੂੰ ਸਮੇਂ ਸਿਰ ਸੋਝੀ ਆ ਜਾਂਦੀ ਹੈ, ਸਮੇਂ ਸਿਰ ਪਤਾ ਲੱਗ ਜਾਂਦਾ ਹੈ ਕਿ ਭਈ ਇਹ ਤਾਂ ਸਾਰਾ ਇਲਾਕਾ ਖੇਡ ਦਾ ਮੈਦਾਨ ਹੈ, ਇੱਥੇ ਤਾਂ ਕੋਈ ਵੀ ਨਹੀਂ ਰਿਹਾ। ਵੱਡੇ ਵੱਡੇ ਰਾਜੇ ਮਹਾਰਾਜੇ, ਪ੍ਰਧਾਨ ਮੰਤਰੀ ਸਾਰੇ ਮੈਂ ਜਲਦੇ ਦੇਖੇ ਨੇ, ਸਾਰੇ ਇਸ ਸੰਸਾਰ ਤੋਂ ਜਾਂਦੇ ਨੇ। ਮਰ ਕੇ ਨੇ ਰਾਣਾ ਰੋ ਨਾ ਕੋ ਰਹੇ, ਰੰਗ ਦਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੱਧੇ ਦੇ। ਫਿਰ ਜਿਹੜਾ ਮਨ ਹੈ ਨਾ ਆਲੇ ਦੁਆਲੇ ਜਦੋਂ ਧਿਆਨ ਨਾਲ ਦੇਖਦਾ, ਫਿਰ ਇਹ ਪਰਮਾਤਮਾ ਦੀ ਬੰਦਗੀ ਵੱਲ ਨੂੰ ਜੁੜਦਾ, ਫਿਰ ਸਿਮਰਨ ਵੱਲ ਨੂੰ ਜੁੜਦਾ, ਫਿਰ ਦੂਸਰਿਆਂ ਨੂੰ ਵੀ ਸਮਝਾਉਂਦਾ ਭਰਾਵੋ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਰੋਟੀ ਸਾਰਿਆਂ ਨੂੰ ਮਿਲਣੀ ਹੈ, ਚਾਹੇ ਕੋਈ ਫੁੱਟਪਾਥ 'ਤੇ ਬੈਠਾ, ਕੋਈ ਝੁੱਗੀ 'ਚ ਬੈਠਾ, ਚਾਹੇ ਕੋਈ ਮਹਿਲਾਂ 'ਚ ਬੈਠਾ, ਸਾਰਿਆਂ ਨੂੰ ਪ੍ਰਸ਼ਾਦਾ ਮਿਲਣਾ। ਤੁਸੀਂ ਬੰਦਗੀ ਨਾਲ ਜੁੜ ਗਏ ਹੋ ਨਾ, ਜੇਕਰ ਤੁਸੀਂ ਬੰਦਗੀ ਨਾਲ ਜੁੜ ਗਏ ਹੋ ਫਿਰ ਸਾਰਿਆਂ ਤੋਂ ਅਮੀਰ ਹੈ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਜੇ ਤੁਸੀਂ ਪਰਮਾਤਮਾ ਦੇ ਨਾਲ ਜੁੜ ਗਏ, ਬੰਦਗੀ ਨਾਲ ਜੁੜ ਗਏ, ਸਭ ਤੋਂ ਅਮੀਰ ਆਦਮੀ ਹੋ। ਭਾਵੇਂ ਤੁਸੀਂ ਫੁੱਟਪਾਥ 'ਤੇ ਬੈਠੇ ਹੋ। ਜਿਹੜਾ ਬੰਦਗੀ ਤੋਂ ਟੁੱਟ ਜਾਂਦਾ ਹੈ, ਪਰਮਾਤਮਾ ਤੋਂ ਵਿਛੜ ਜਾਂਦਾ ਹੈ, ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ, ਭਾਵੇਂ ਉਹ ਮਹਿਲਾਂ ਵਿੱਚ ਰਹਿੰਦਾ ਹੈ, ਭਾਵੇਂ ਉਹ ਫਾਰਮ ਹਾਊਸਾਂ ਵਿੱਚ ਰਹਿੰਦਾ ਹੈ, ਭਾਵੇਂ ਉਹਦੀਆਂ ਫੈਕਟਰੀਆਂ ਨੇ, ਸਭ ਤੋਂ ਗਰੀਬ ਬੰਦਾ ਹੈ। ਕਿਉਂਕਿ ਜੇ ਉਹਦਾ ਸਮਾਂ ਮੁੱਕ ਗਿਆ, ਉਹਨੂੰ ਜਮਦੂਤਾਂ ਨੇ ਕੁੱਟ ਕੇ ਲੈ ਕੇ ਜਾਣਾ, ਘੜੀਸ ਕੇ ਲੈ ਕੇ ਜਾਣਾ। ਮੈਂ ਕਈ ਵਾਰੀ ਵਿਚਾਰ ਕਰਦਾ ਹੁੰਦਾ ਵੀ ਦੇਖੋ ਭਰਾਵੋ, ਜਿਹੜਾ ਕੋਠੀ ਵਿੱਚ ਰਹਿੰਦਾ, ਮਹਿਲਾਂ ਵਿੱਚ ਰਹਿੰਦਾ, ਉਹਦੇ ਸੋਨੇ ਦੀ ਹੱਥਕੜੀ ਲੱਗੀ ਹੋਈ ਹੈ, ਜਿਹੜਾ ਝੁੱਗੀ ਵਿੱਚ ਰਹਿੰਦਾ ਉਹਦੇ ਲੋਹੇ ਦੀ ਲੱਗੀ। ਬਸ ਫਰਕ ਇੰਨਾ ਹੀ, ਇੱਕ ਲੋਹੇ ਦੀ ਹੱਥਕੜੀ ਹੁੰਦੀ ਹੈ, ਇੱਕ ਸੋਨੇ ਦੀ ਹੁੰਦੀ ਹੈ। ਗਿਰਫਤਾਰ ਦੋਨੇ ਨੇ, ਦੋਨਾਂ ਨੇ ਹੀ ਮਰਨਾ ਹੈਗਾ, ਦੋਨਾਂ ਨੂੰ ਜਮਦੂਤ ਨੇ ਲੈ ਕੇ ਜਾਣਾ। ਜਿਹੜਾ ਇਹ ਦੋਨੇ ਹੱਥਕੜੀਆਂ ਖੋਲ੍ਹ ਦਿੰਦਾ,
ਜਿਹੜਾ ਸਿਮਨ ਬੰਦਗੀ ਨਾਲ ਜੁੜ ਜਾਂਦਾ, ਨਾਮ ਨਾਲ ਜੁੜ ਜਾਂਦਾ, ਸੋਨੇ ਦੀ ਹੱਥਕੜੀ ਖੋਲ੍ਹ ਕੇ ਸਿੱਟ ਦਿੰਦਾ ਅਤੇ ਲੋਹੇ ਦੀ ਵੀ ਹੱਥਕੜੀ ਖੋਲ੍ਹ ਕੇ ਸਿੱਟ ਦਿੰਦਾ। ਉਹ ਕਹਿੰਦਾ ਮੈਨੂੰ ਜੇ ਕੋਠੀ ਵੀ ਦਿੱਤੀ ਹੈ, ਮੈਨੂੰ ਇੰਨਾ ਕੁ ਗਿਆਨ ਆ ਵੀ ਮੇਰੀ ਨਹੀਂ ਹੈ, ਜੇ ਮੈਨੂੰ ਹੁਣੇ ਸੱਦਾ ਆ ਗਿਆ ਇਹ ਮੈਨੂੰ ਛੱਡਣੀ ਪੈਣੀ ਹੈ, ਗਿਆਨ ਹੋ ਗਿਆ। ਜੇਕਰ ਝੁੱਗੀ ਵਾਲੇ ਨੂੰ ਵੀ ਪਤਾ ਲੱਗ ਜਾਵੇ ਬਈ ਭਰਾਵਾ ਜੇ ਝੁੱਗੀ ਦਿੱਤੀ ਹੈ ਮੈਨੂੰ, ਸੱਚੇ ਪਾਤਸ਼ਾਹ ਨੇ ਮਾਨਸਜਾਮਾ ਤਾਂ ਦਿੱਤਾ ਨਾ ਜਿਹਦੇ ਵਿੱਚ ਆ ਕੇ ਉਹਨੂੰ ਮੈਂ ਮਿਲ ਸਕਦਾ, ਤੈਨੂੰ ਮਾਨਸਜਾਮਾ ਦਿੱਤਿਆ, ਇਹਦੇ ਬਾਰੇ ਅਸੀਂ ਕਦੇ ਧੰਨਵਾਦ ਨਹੀਂ ਕੀਤਾ। ਅਸੀਂ ਝੁੱਗੀ ਨੂੰ ਦੇਖ ਕੇ ਝੂਰੀ ਜਾਂਦੇ ਵੀ ਮੈਨੂੰ ਝੁੱਗੀ ਦਿੱਤੀ, ਉਹਨੂੰ ਕੋਠੀ ਦਿੱਤੀ ਹੈ। ਜਿੱਦਣ ਝੁੱਗੀ ਵਾਲੇ ਨੂੰ ਵੀ ਗਿਆਨ ਹੋ ਗਿਆ ਉਹ ਕਹੂਗਾ ਮੇਰੀ ਝੁੱਗੀ ਵੀ ਢਾਹ ਦਿਓ, ਮੈਨੂੰ ਸਿਰਫ ਰੋਡ 'ਤੇ ਹੀ ਬਿਠਾ ਦਿਓ, ਸੱਚੇ ਪਾਤਸ਼ਾਹ ਮੈਨੂੰ ਤੇਰਾ ਪਿਆਰ ਚਾਹੀਦਾ, ਤੇਰਾ ਨਾਮ ਚਾਹੀਦਾ। ਇਹ ਝੁੱਗੀਆਂ, ਇਹ ਮਹਿਲ, ਇਹ ਕੋਠੀਆਂ, ਇਹ ਫੈਕਟਰੀਆਂ, ਇਹ ਸਾਰੀਆਂ ਸਾਡੇ ਤੋਂ ਛਡਾ ਲਈਆਂ ਜਾਣੀਆਂ ਨੇ। ਇਹ ਜਿਹੜਾ ਨਾਮ ਦਾ ਧਨ ਹੈ ਨਾ, ਇਹ ਕਿਸੇ ਤੋਂ ਨਹੀਂ ਛਡਾਉਣਾ ਹੈਗਾ। ਕਹਿੰਦੇ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸਮਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ। ਇੱਕ ਨਾਮ ਹੀ ਹੈ, ਬੰਦਗੀ ਹੈ, ਸਿਮਰਨ ਹੈ, ਸੰਗਤ ਹੈ। ਇਹ ਧਨ ਤੁਹਾਡੇ ਤੋਂ ਕੋਈ ਵੀ ਨਹੀਂ ਖੋ ਸਕਦਾ। ਇਸੇ ਧਨ ਨੇ ਤੁਹਾਨੂੰ ਨਿਰੰਕਾਰ ਦੇ ਦੇਸ਼ ਵਿੱਚ ਲੈ ਕੇ ਜਾਣਾ। ਇਸੇ ਧਨ ਕਰਕੇ ਤੁਹਾਡਾ ਨਿਰੰਕਾਰ ਦੇ ਦੇਸ਼ ਵਿੱਚ ਜਨਮ ਹੁੰਦਾ ਹੈ। ਇਸੇ ਧਨ ਕਰਕੇ ਤੁਹਾਡੀ ਉੱਧਰ ਵੀ ਇੱਜ਼ਤ ਹੁੰਦੀ ਹੈ, ਇੱਧਰ ਵੀ ਜੈ ਜੈਕਾਰ ਹੁੰਦੀ ਹੈ। ਇਹ ਲੋਕ ਸੁਖੀਏ ਪਰਲੋਕ ਸੁਖੀਲੇ। ਅਤੇ ਸੋ ਗੁਰਮੁਖ ਪਿਆਰਿਓ, ਜਦੋਂ ਸਾਡੇ ਮਨ ਨੂੰ ਇਹ ਗੱਲ ਦੀ ਸੋਝੀ ਆ ਜਾਂਦੀ ਹੈ, ਸਾਡਾ ਨਿਰੰਕਾਰ ਦੇ ਦੇਸ਼ ਵਿੱਚ ਆਉਣਾ ਜਾਣਾ ਬਣ ਜਾਂਦਾ ਹੈ, ਉਸ ਦਿਨ ਇਹ ਮਨ ਸੁਖੀ ਹੋ ਜਾਂਦਾ ਹੈ। ਵਾਹਿਗੁਰੂ 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 ਵਾਹਿ